सुल्तान कहाँ हो मियाँ, तेरी कवन वडाई। जो तू देह सो कहाँ सुआमी, मैं मूर्ख कहण ना जाई। वाहिगुरु साहिब जी ज्यों सुपना अर पेखना, ऐसे जग कौ जान। इनमें कछ साचो नहीं, नानक बिन भगवान। वाहिगुरु जी का खालसा, वाहिगुरु जी की फतेह। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 22 ਸ਼ਲੋਕਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਜ 23ਵੇਂ ਸ਼ਲੋਕ ਦੀ ਵਿਚਾਰ ਕਰਾਂਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ ਨੇ। ਜਿਉਂ ਸੁਪਨਾ ਅਰ ਪੇਖਨਾ, ਐਸੇ ਜਗ ਕਉ ਜਾਨ। ਇਨਮੈ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਜਗਤ ਨੂੰ ਇੰਝ ਸਮਝੋ ਜਿਵੇਂ ਸੁਪਨਾ ਅਤੇ ਤਮਾਸ਼ੇ ਦੀ ਹੋਂਦ ਹੁੰਦੀ ਹੈ। ਭਗਵਾਨ ਤੋਂ ਬਿਨਾਂ ਕੁਝ ਵੀ ਸਦਾ ਕਾਇਮ ਰਹਿਣ ਵਾਲਾ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਇਹ ਸ਼ਲੋਕ ਸਮਝਾ ਰਹੇ ਨੇ, ਜਿਵੇਂ ਸੁਪਨਾ ਉਹ ਕਿੰਨੀ ਕੁ ਉਹਦੀ ਹੋਂਦ ਹੈ, ਕਿੰਨਾ ਕੁ ਉਹਦਾ ਸਮਾਂ ਵਾ। ਸੁੱਤੇ ਪਿਆ ਸੁਪਨਾ ਆਉਂਦਾ, ਜਦੋਂ ਅੱਖ ਖੁੱਲ੍ਹ ਜਾਵੇ ਸੁਪਨਾ ਖਤਮ ਹੋ ਜਾਂਦਾ ਹੈ। ਪੇਖਣਾ ਹੁੰਦਾ ਵਾ ਤਮਾਸ਼ਾ। ਤਮਾਸ਼ਾ ਅੱਖਾਂ ਦੇ ਨਾਲ ਵੇਖੀਦਾ ਵਾ ਔਰ ਜਾਗਦਿਆਂ ਦੇਖੀਦਾ। ਅਤੇ ਤਮਾਸ਼ਾ ਕਰਨ ਵਾਲਾ ਮਦਾਰੀ ਤਮਾਸ਼ਾ ਕਰਦਾ ਹੈ। ਸੁਪਨਾ ਅਤੇ ਪੇਖਣਾ ਦੀ ਗੱਲ ਹੋ ਰਹੀ ਹੈ ਇਸ ਸ਼ਲੋਕ ਵਿੱਚ, ਕਿ ਜਿਹੜਾ ਪੇਖਣਾ ਇਹ ਹੈ ਤਮਾਸ਼ਾ। ਤਮਾਸ਼ਾ ਕਰਨ ਵਾਲਾ ਮਦਾਰੀ ਜਦੋਂ ਤਮਾਸ਼ਾ ਕਰਦਾ ਨਾ, ਉਹ ਤਮਾਸ਼ਾ ਕਰਨ ਲੱਗਿਆਂ ਸਾਨੂੰ ਕਈ ਇਲੈਕਟ੍ਰੋਨਿਕ ਚੀਜ਼ਾਂ ਵੀ ਦਿਖਾ ਦਿੰਦਾ, ਸਾਨੂੰ ਕਈ ਕਿਸਮ ਦੇ ਭਾਂਡੇ ਦਿਖਾ ਦਿੰਦਾ, ਸਾਨੂੰ ਨੋਟ ਵੀ ਦਿਖਾ ਦਿੰਦਾ। ਜਦੋਂ ਉਹਦਾ ਤਮਾਸ਼ਾ ਖਤਮ ਹੋ ਜਾਂਦਾ ਨਾ, ਫਿਰ ਉਹ ਲੋਕਾਂ ਕੋਲੋਂ ਰੁਪਈਆ ਮੰਗਦਾ ਹੈ। ਅਗਰ ਜੇ ਉਹਦਾ ਤਮਾਸ਼ਾ ਸੱਚਾ ਹੋਵੇ, ਜਿੰਨਾ ਕੁਝ ਦਿਖਾ ਰਿਹਾ, ਫਿਰ ਉਹਨੂੰ ਕਿਸੇ ਕੋਲ ਮੰਗਣ ਦੀ ਲੋੜ ਨਹੀਂ, ਫਿਰ ਪੈਸੇ ਮੰਗਣ ਦੀ ਲੋੜ ਨਹੀਂ। ਫਿਰ ਉਹ ਆਪ ਹੀ ਬੜਾ ਵੱਡਾ ਬਾਦਸ਼ਾਹ ਬਣ ਸਕਦਾ ਵਾ, ਬੜਾ ਅਮੀਰ ਬਣ ਸਕਦਾ ਵਾ, ਕਈਆਂ ਨੂੰ ਬਣਾ ਸਕਦਾ। ਪਰ ਉਹ ਕੇਵਲ ਇੱਕ ਤਮਾਸ਼ਾ ਹੈ। ਜਦੋਂ ਤਮਾਸ਼ਾ ਖਤਮ ਹੋ ਜਾਂਦਾ ਹੈ, ਫਿਰ ਉਹ ਲੋਕਾਂ ਕੋਲੋਂ ਰੁਪਈਆ ਮੰਗਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਜਿਹੜਾ ਇੱਕ ਸੁਪਨਾ ਜਿਵੇਂ ਆਉਂਦਾ ਜੀਵ ਨੂੰ ਸੁੱਤੇ ਪਿਆ, ਸੰਸਾਰ ਇੱਦਾਂ ਹੀ ਆ। ਜਿਵੇਂ ਸੁਪਨਾ ਵੀ ਖਤਮ ਹੋ ਜਾਂਦਾ, ਤਮਾਸ਼ਾ ਵੀ ਖਤਮ ਹੋ ਜਾਂਦਾ, ਸਭ ਕੁਝ ਹੀ ਖਤਮ ਹੋ ਜਾਂਦਾ ਵਾ। ਇੱਕੋ ਹੀ ਚੀਜ਼ ਸੱਚ ਹੈ, ਇੱਕੋ ਹੀ ਚੀਜ਼ ਸਦਾ ਇੱਕੋ ਹੀ ਰਹਿਣ ਵਾਲਾ ਹੈ, ਸਦਾ ਇੱਕੋ ਹੀ ਸੱਚ ਹੈ। ਉਹ ਕੌਣ ਹੈ? ਸੱਚ ਹੈ ਪਰਮਾਤਮਾ। ਸਦਾ ਕਾਇਮ ਰਹਿਣ ਵਾਲਾ ਭਗਵਾਨ ਹੈ। ਪਰਮਾਤਮਾ ਤੋਂ ਬਿਨਾਂ ਸਦਾ ਕਾਇਮ ਰਹਿਣ ਵਾਲਾ ਕੋਈ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੋਰਠ ਰਾਗ ਵਿੱਚ ਵੀ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਇਹ ਬੰਦੇ ਆਪਣੇ ਦਿਲ ਵਿੱਚ ਇਹ ਗੱਲ ਪੱਕੀ ਧਾਰ ਲੈ ਕਿ ਇਹ ਜਿਹੜਾ ਸਾਰਾ ਸੰਸਾਰ ਆ ਨਾ, ਇਹ ਸੁਪਨਾ ਵਾ। ਇਹਨੂੰ ਖਤਮ ਹੋਣ ਲੱਗਿਆਂ ਚਿਰ ਨਹੀਂ ਲੱਗਦਾ। ਜਿਵੇਂ ਕਿਸੇ ਨੇ ਰੇਤ ਦੀ ਕੰਧ ਬਣਾਈ ਹੋਵੇ, ਬੜੀ ਸ਼ਿੰਗਾਰੀ ਹੋਵੇ, ਪਰ ਥੋੜ੍ਹੇ ਦਿਨਾਂ ਦੀ ਖੇਡ ਹੁੰਦੀ ਆ, ਉਹ ਢੱਠ ਜਾਂਦੀ ਆ। ਇੱਦਾਂ ਹੀ ਮਾਇਆ ਦੇ ਸੁੱਖ ਹੈ, ਇਹ ਸਦਾ ਨਹੀਂ ਰਹਿੰਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਅਜੇ ਵੀ ਸਮਝ ਜਾ ਕੁਝ ਵਿਗੜਿਆ ਨਹੀਂ। ਸਤਿਗੁਰੂ ਪਾਤਸ਼ਾਹ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਸਮਝਾ ਰਹੇ ਨੇ ਵੀ ਅਜੇ ਵੀ ਸਮਝ ਜਾ ਕੁਝ ਵਿਗੜਿਆ ਨਹੀਂ। ਜੋ ਗੁਰਮੁਖਾਂ ਦਾ ਨਿੱਜੀ ਖਿਆਲ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਮੈਂ ਤੈਨੂੰ ਪੁਕਾਰ ਕੇ ਸੁਣਾ ਰਿਹਾ ਕਿ ਸਮਝ ਜਾ, ਇਹ ਜੱਗ ਇੱਕ ਸੁਪਨੇ ਵਾਂਗੂ ਆ। ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਰਹਾਉ ਬਾਰੂ ਭੀਤ ਬਨਾਈ, ਰਚ ਪਚ ਰਹਿਤ ਨਹੀਂ ਦਿਨ ਚਾਰ। ਤੈਸੇ ਹੀ ਇਹ ਸੁਖ ਮਾਇਆ ਕੇ, ਉਰਜਿਓ ਕਹਾਂ ਗਵਾਰ। ਅਜਹੂ ਸਮਝ ਕਛ ਬਿਗੜਿਓ ਨਾਹਿਨ, ਭਜ ਲੈ ਨਾਮ ਮੁਰਾਰ। ਕਹੋ ਨਾਨਕ ਨਿਜ ਮਤ ਸਾਧਨ, ਕਹੋ ਭਾਖਿਓ ਤੋਹੇ ਪੁਕਾਰ। ਭਗਤ ਕਬੀਰ ਸਾਹਿਬ ਵੀ ਕਹਿੰਦੇ ਨੇ, ਇਹ ਸਾਰਾ ਸੰਸਾਰ ਇੱਕ ਸੁਪਨੇ ਵਾਂਗੂ ਆ। ਇਹ ਜਿਹੜਾ ਜੀਵਨ ਵਾ, ਇਹ ਵੀ ਇੱਕ ਸੁਪਨੇ ਵਾਂਗੂ ਆ, ਅਤੇ ਸੰਸਾਰ ਵੀ ਸੁਪਨੇ ਵਾਂਗੂ ਆ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰਗ। ਜਿਵੇਂ ਕੋਈ ਬਾਜੀਗਰ ਬਾਜੀ ਪਾਉਂਦਾ ਨਾ, ਕਈ ਤਰ੍ਹਾਂ ਦੇ ਖੇਲ ਕਰਦਾ ਹੈ, ਪਰ ਜਦੋਂ ਉਹਦਾ ਖੇਲ ਖਤਮ ਹੁੰਦਾ ਫਿਰ ਪਤਾ ਲੱਗਦਾ ਕਿ ਸਿਰਫ ਇੱਕ ਤਮਾਸ਼ਾ ਦਿਖਾਇਆ ਇਹਨੇ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕੰਕਾਰਾ।
ਪਰਮਾਤਮਾ ਨੇ ਜੋ ਵੀ ਪਸਾਰਾ ਬਣਾਇਆ ਹੋਇਆ ਜਦੋਂ ਉਹ ਸਮੇਟ ਲਵੇਗਾ ਤੇ ਕੌਣ ਹੋਵੇਗਾ? ਸਿਰਫ ਇਕੱਲਾ ਇੱਕ ਪਰਮਾਤਮਾ ਹੀ ਹੋਵੇਗਾ। ਤੇ ਸਦਾ ਹੀ ਰਹਿਣ ਵਾਲਾ ਇੱਕ ਭਗਵਾਨ ਹੈ, ਇੱਕ ਪਰਮਾਤਮਾ ਵਾ। ਹੋਰ ਸਾਰਾ ਕੁਝ ਜਿਹੜਾ ਜੀਵਨ ਹੈ, ਜੋ ਸੰਸਾਰ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕਉ ਜਾਨ, ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਗੁਰੂ ਸਾਹਿਬ ਦੇ ਪਹਿਲਾਂ ਵੀ 22 ਸਲੋਕਾਂ ਦੀ ਵਿਚਾਰ ਆਪਾਂ ਸਰਵਣ ਕੀਤੀ। ਅੱਜ 23ਵੇਂ ਸਲੋਕ ਦੀ ਵਿਚਾਰ ਕਰਕੇ ਹਟੇ ਹਾਂ। ਦੇਖੋ, ਗੱਲ ਸ਼ੁਰੂ ਹੋਈ ਸੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਿ ਗੁਣ ਕਿਉਂ ਨਹੀਂ ਗਾਏ। ਜਿੰਨੀਆਂ ਸਲੋਕਾਂ ਦੀ ਆਪਾਂ ਵਿਚਾਰ ਸਰਵਣ ਕਰ ਚੁੱਕੇ ਹਾਂ, ਦਾਸ ਦੀ ਜਿੰਨੀ ਤੁਸ਼ ਬੁੱਧੀ ਸੀ ਉਹਦੇ ਅਨੁਸਾਰ ਵਿਚਾਰ ਕੀਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਬਾਰ-ਬਾਰ ਸਾਨੂੰ ਸਮਝਾ ਰਹੇ ਨੇ ਕਿ ਇਹ ਜੀਵ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਉਸ ਮਾਲਕ ਦੀ ਬੰਦਗੀ ਕਰਨੀ ਚਾਹੀਦੀ ਹੈ। ਇਸ ਸੰਸਾਰ ਦੇ ਉੱਤੇ ਜੋ ਦਿਸ ਰਿਹਾ ਨਾ, ਕੁਝ ਵੀ ਰਹਿਣ ਵਾਲਾ ਨਹੀਂ। ਸਿਰਫ ਇੱਕ ਪਰਮਾਤਮਾ ਦਾ ਨਾਮ ਜਿਹੜਾ ਬੰਦਾ ਜਪਦਾ ਨਾ, ਉਸ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਬੰਦਾ ਸੰਸਾਰ ਦੇ ਉੱਤੇ ਵੇਖਦਾ ਵਾ, ਸੁੱਖ ਵੀ ਵੇਖਦਾ ਵਾ, ਦੁੱਖ ਵੀ ਵੇਖਦਾ। ਜਦੋਂ ਸੁੱਖ ਹੁੰਦਾ ਉਦੋਂ ਪਰਮਾਤਮਾ ਨੂੰ ਭੁੱਲ ਜਾਂਦਾ, ਜਦੋਂ ਕਿਤੇ ਦੁੱਖ ਹੁੰਦਾ ਵਾ ਉਦੋਂ ਥੋੜ੍ਹੀ ਬਹੁਤੀ ਪਰਮਾਤਮਾ ਦੀ ਯਾਦ ਆਉਂਦੀ ਹੈ। ਪਰ ਜੇ ਕੋਈ ਗੁਰਮੁਖ ਸੱਚਮੁੱਚ ਪਰਮਾਤਮਾ ਦਾ ਸਿਮਰਨ ਕਰਨ ਲੱਗ ਜਾਵੇ ਨਾ, ਉਹ ਫਿਰ ਉਹਦੇ 'ਤੇ ਸੁੱਖ, ਉਹਦੇ ਕੋਲ ਸੁੱਖ ਹੋਵੇ, ਉਹ ਬਹੁਤਾ ਖੁਸ਼ ਨਹੀਂ ਹੁੰਦਾ। ਪਰਮਾਤਮਾ ਦਾ ਦਿੱਤਾ ਹੋਇਆ ਸੁੱਖ ਹੈ, ਉਹ ਇਸ ਗੱਲ ਨੂੰ ਚੇਤੇ ਰੱਖਦਾ ਹੈ ਕਿ ਜੇ ਸੁੱਖ ਆ ਤਾਂ ਦੁੱਖ ਵੀ ਆ ਜਾਵੇਗਾ। ਜੇ ਗੁਰਮੁਖ ਦੇ ਕੋਲ ਕਿਤੇ ਦੁੱਖ ਆ ਗਿਆ ਨਾ, ਉਹ ਦੁੱਖ ਨੂੰ ਵੀ ਹੱਸ ਕੇ ਜਰ ਦਿੰਦਾ ਵੀ ਕੋਈ ਗੱਲ ਨਹੀਂ, ਇਹ ਸਮਾਂ ਵੀ ਦੁੱਖ ਵਾਲਾ ਸਮਾਂ ਜਿਹੜਾ ਵਾ ਇਹ ਵੀ ਲੰਘ ਜਾਵੇਗਾ, ਸਮਾਂ ਲੰਘ ਜਾਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਬਾਰ-ਬਾਰ ਸਲੋਕਾਂ ਵਿੱਚ ਇਹੀ ਸਮਝਾ ਰਹੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਾਲਕ ਦੇ ਜਿਹੜੇ ਇਹ ਸਲੋਕ ਆ ਨਾ, ਤਕਰੀਬਨ ਸਾਨੂੰ ਸਭ ਲੋਕਾਂ ਨੂੰ ਯਾਦ ਹੈ, ਅਨਪੜ੍ਹ ਬੰਦਿਆਂ ਨੂੰ ਵੀ ਯਾਦ ਹੈ। ਅਸੀਂ ਆਮ ਗੱਲਾਂ ਕਰਦੇ ਹਾਂ ਕਿ ਇਹ ਭੋਗ ਦੇ ਸਲੋਕ ਆ ਗਏ। ਜ਼ਿਆਦਾਤਰ ਪੇਂਡੂ ਭਾਸ਼ਾ ਵਿੱਚ ਇੰਝ ਬੋਲਿਆ ਜਾਂਦਾ ਹੈ ਕਿ ਭੋਗ ਦੇ ਸਲੋਕ ਆ ਗਏ ਨੇ, ਅਤੇ ਤਕਰੀਬਨ ਸਾਰਿਆਂ ਨੂੰ ਜ਼ਬਾਨੀ ਯਾਦ ਨੇ। ਪਰ ਸਲੋਕਾਂ ਵਿੱਚ ਸਤਿਗੁਰੂ ਪਾਤਸ਼ਾਹ ਮਾਲਕ ਨੇ ਜੋ ਸਾਨੂੰ ਸਮਝਾਇਆ ਨਾ, ਅਸੀਂ ਉਹਦੇ 'ਤੇ ਜੇ ਕਿਤੇ ਤੁਰਨ ਦਾ ਯਤਨ ਕਰੀਏ, ਜਿੰਨੀ ਬਾਣੀ ਸਾਨੂੰ ਯਾਦ ਆ ਨਾ, ਉਨੀ ਅਸੀਂ ਵਿਚਾਰ ਕੇ ਹਿਰਦੇ ਵਿੱਚ ਵਸਾ ਲਈਏ ਨਾ, ਫਿਰ ਬੰਦਾ ਸੱਚਮੁੱਚ ਹੀ ਸਿੱਧੇ ਰਸਤੇ 'ਤੇ ਚੱਲ ਪੈਂਦਾ। ਸ਼ਬਦ ਯਾਦ ਵੀ ਹੈ, ਸ਼ਬਦ ਕੰਠ ਵੀ ਨੇ, ਕਿਸੇ ਨੇ ਬੋਲ ਕੇ ਜਿਹੜੇ ਆਪ ਯਾਦ ਕੀਤੇ ਨੇ, ਕਿਸੇ ਨੇ ਸੁਣ ਕੇ ਕੰਠ ਕੀਤੇ ਨੇ। ਪਰ ਕਮਾਉਂਦਾ ਕੋਈ ਵਿਰਲਾ, ਜਿਹੜਾ ਕਮਾਉਂਦਾ ਵਾ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਅਤੇ ਆਪਾਂ ਦੇਖ ਰਹੇ ਹਾਂ, ਬੰਦੇ ਨੇ ਦੇਖਿਆ ਇਹਦੇ ਵੱਡੇ ਵਡੇਰੇ ਕਈ ਸੰਸਾਰ 'ਤੇ ਆਏ, ਕਈ ਚਲੇ ਗਏ, ਕਈਆਂ ਦਾ ਇਹਨੇ ਆਪਣੇ ਹੱਥੀਂ ਸੰਸਕਾਰ ਕੀਤਾ, ਕਈਆਂ ਨੂੰ ਤੋਰਿਆ ਇਸ ਨੇ। ਇੱਕ ਦਿਨ ਨੂੰ ਕੁਝ ਜਿਹੜੇ ਬਹੁਤੇ ਨਜ਼ਦੀਕੀ ਹੁੰਦੇ ਆ, ਆਪਣੇ ਰਿਸ਼ਤੇਦਾਰ ਹੁੰਦੇ, ਉਹ ਵੀ ਤੁਰ ਜਾਂਦੇ ਆ, ਪਰ ਬੰਦੇ ਨੂੰ ਘੜੀ ਪਲ ਯਾਦ ਰਹਿੰਦਾ, ਮੁੜ ਕੇ ਫਿਰ ਸਾਰਾ ਕੁਝ ਭੁੱਲ ਜਾਂਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਜਿਵੇਂ ਬੰਦੇ ਨੂੰ ਸੁਪਨਾ ਆਉਂਦਾ ਨਾ, ਤਾਂ ਬੰਦਾ ਦੱਸਦਾ ਮੈਨੂੰ ਸੁਪਨਾ ਆਇਆ, ਪਰ ਜੇ ਸੁਪਨਾ ਖਤਮ ਹੋ ਜਾਂਦਾ ਨਾ, ਤਾਂ ਸੁਪਨਾ ਵੇਖਣ ਵਾਲਾ ਵੀ ਖਤਮ ਹੋ ਜਾਂਦਾ ਹੈ। ਮਦਾਰੀ ਤਮਾਸ਼ਾ ਕਰਦਾ, ਤਮਾਸ਼ਾ ਵਿਖਾ ਰਿਹਾ ਵਾ, ਬਾਅਦ ਵਿੱਚ ਪਤਾ ਲੱਗਦਾ ਹੀ ਨਹੀਂ ਤਮਾਸ਼ਾ ਵਿਖਾਇਆ, ਪਰ ਤਮਾਸ਼ਾ ਵਿਖਾਉਣ ਵਾਲਾ ਜਿਹੜਾ ਵਾ ਉਹ ਵੀ ਖਤਮ ਹੋ ਰਿਹਾ ਬੰਦਾ ਹੈ। ਪਰ ਜੋ ਪ੍ਰਮਾਤਮਾ ਨੇ ਪੈਦਾ ਕੀਤਾ ਨਾ, ਪ੍ਰਮਾਤਮਾ ਨੇ ਇਹ ਜੋ ਸੁਪਨਾ ਔਰ ਤਮਾਸ਼ਾ ਜੋ ਵੀ ਪੈਦਾ ਕੀਤਾ ਵਾ, ਪ੍ਰਮਾਤਮਾ ਸਦਾ ਅਟੱਲ ਹੈ। ਇਹ ਸੁਪਨਾ, ਇਹ ਤਮਾਸ਼ਾ, ਇਹ ਸਭ ਕੁਝ ਖਤਮ ਹੋ ਜਾਵੇਗਾ, ਪਰ ਪ੍ਰਮਾਤਮਾ ਰਹੇਗਾ। ਇੱਕ ਭਗਵਾਨ ਹੀ ਰਹਿੰਦਾ ਹੈ, ਇੱਕ ਪ੍ਰਮਾਤਮਾ ਹੀ ਰਹਿੰਦਾ ਹੈ। ਉਹਦੇ ਤੋਂ ਬਿਨਾਂ ਬਾਕੀ ਸਾਰਾ ਕੁਝ ਖਤਮ ਹੋ ਜਾਂਦਾ ਹੈ। ਜਿਹੜਾ ਦੁਨਿਆਵੀ ਸੁਪਨਾ ਨਾ, ਇਹ ਤਾਂ ਸੁਪਨਾ ਦੱਸਣ ਵਾਲਾ ਵੀ ਖਤਮ ਹੋ ਜਾਂਦਾ ਹੈ, ਤਮਾਸ਼ਾ ਵਿਖਾਉਣ ਵਾਲਾ ਵੀ ਖਤਮ ਹੋ ਜਾਂਦਾ। ਪਰ ਜਿਸ ਪ੍ਰਮਾਤਮਾ ਨੇ ਸਾਰਾ ਇਹ ਪਸਾਰਿਆ ਹੋਇਆ ਨਾ, ਸਾਰਾ ਕੁਝ ਪੈਦਾ ਕੀਤਾ ਵਾ, ਇਹ ਸਾਰਾ ਕੁਝ ਪਸਾਰਾ, ਅਤੇ ਭਾਵੇਂ ਉਹ ਪਰਮਾਤਮਾ ਉਹਦੀ ਮਰਜ਼ੀ ਹੈ, ਜਦੋਂ ਮਰਜ਼ੀ ਸਮੇਟ ਲਵੇ, ਪਰ ਜੇ ਸਮੇਟ ਲਵੇਗਾ, ਪਰ ਉਹ ਆਪ ਪਰਮਾਤਮਾ ਸਦਾ ਹੀ ਅਟੱਲ ਹੈ, ਉਹ ਸਦਾ ਹੀ ਰਹਿੰਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਇਸ ਸਲੋਕ ਵਿੱਚ ਇਹ ਸਮਝਾ ਰਹੇ ਨੇ ਕਿ ਜਿਵੇਂ ਸੁਪਨਾ ਵਾ ਅਤੇ ਤਮਾਸ਼ਾ ਵਾ ਨਾ, ਇਵੇਂ ਆ ਸਾਰਾ ਹੀ ਇਹ ਸੰਸਾਰ। ਪਰਮਾਤਮਾ ਤੋਂ ਬਿਨਾਂ ਕੁਝ ਵੀ ਇੱਥੇ ਕਾਇਮ ਰਹਿਣ ਵਾਲਾ ਨਹੀਂ, ਸਦਾ ਰਹਿਣ ਵਾਲਾ ਪਰਮਾਤਮਾ ਹੀ ਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਸਲੋਕ ਦੀ ਵਿਚਾਰ ਕਰਦੇ ਹਾਂ।
10 ਕੋਲ ਬਹੁਤ ਸਾਰੀਆਂ ਗਲਤੀਆਂ ਹੋਈਆਂ, ਆਪਣੀ ਤੁਛ ਬੁੱਧੀ ਅਨੁਸਾਰ ਜਿੰਨੀ ਕਿ ਮਹਾਰਾਜ ਨੇ ਸਮੱਤ ਬਖਸ਼ੀ ਹੈ ਉਸ ਦੇ ਅਨੁਸਾਰ ਵਿਚਾਰ ਕੀਤੀ ਹੈ। ਵਿਚਾਰ ਕਰਦਿਆਂ 10 ਕੋਲ ਬਹੁਤ ਸਾਰੀਆਂ ਗਲਤੀਆਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫੀ ਦੇ ਕੇ ਪਿਆਰ ਨਾਲ ਫਤਿਹ ਦੀ ਸਾਂਝ ਕਰਿਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।